ਇੱਕ ਰਾਜ ਵਿੱਚ ਰਾਜਾ ਰਾਜ ਕਰਦਾ ਸੀ। ਉਸ ਰਾਜੇ ਦਾ ਇੱਕ ਮੰਤਰੀ ਸੀ ਜੋ ਕਿ ਬਹੁਤ ਸਮਝ ਰੱਖਦਾ ਸੀ, ਬੁੱਧੀਮਾਨ ਸੀ। ਉਹ ਅਕਸਰ ਕਿਹਾ ਕਰਦਾ ਸੀ ਕਿ ਜੋ ਹੁੰਦਾ ਹੈ ਚੰਗੇ ਦੇ ਲਈ ਹੁੰਦਾ ਹੈ। ਇੱਕ ਦਿਨ ਰਾਜਾ ਤੇ ਮੰਤਰੀ ਬੈਠੇ ਕਿਸੇ ਵਿਸ਼ੇ ਤੇ ਗੱਲਬਾਤ ਕਰ ਰਹੇ ਸੀ ਤੇ ਨਾਲ-ਨਾਲ ਰਾਜਾ ਆਪਣੀ ਤਲਵਾਰ ਵੀ ਸਾਫ਼ ਕਰ ਰਿਹਾ ਸੀ। ਅਚਾਨਕ ਤਲਵਾਰ ਹੱਥੋਂ ਛੁੱਟ ਕੇ ਰਾਜੇ ਦੇ ਪੈਰ ਵਿੱਚ ਜਾ ਡਿੱਗੀ ਤੇ ਰਾਜੇ ਦੇ ਇੱਕ ਪੈਰ ਦੀ ਉਂਗਲੀ ਕੱਟੀ ਗਈ। ਇਹ ਦੇਖ ਰਾਜਾ ਬਹੁਤ ਘਬਰਾ ਗਿਆ ਤਾਂ ਮੰਤਰੀ ਨੇ ਕਿਹਾ, ਚਿੰਤਾ ਨਾ ਕਰੋ ਮਹਾਰਾਜ, ਜੋ ਹੁੰਦਾ ਚੰਗੇ ਦੇ ਲਈ ਹੁੰਦਾ। ਮੰਤਰੀ ਦੀ ਇਹ ਗੱਲ ਸੁਣ ਕੇ ਰਾਜੇ ਨੂੰ ਬਹੁਤ ਗੁੱਸਾ ਆਉਂਦਾ ਤੇ ਰਾਜਾ ਉਸ ਨੂੰ ਬੋਲਦਾ ਕਿ ਮੇਰੇ ਪੈਰ ਦੀ ਉਂਗਲੀ ਵੱਢੀ ਗਈ ਤੇ ਤੂੰ ਕਹਿਣਾ ਹੈ ਕਿ ਇਹ ਚੰਗੇ ਦੇ ਲਈ ਹੋਇਆ। ਇਸ ਵਿੱਚ ਚੰਗਾ ਕੀ ਹੈ? ਕ੍ਰੋਧ ਨਾਲ ਭਰਿਆ ਰਾਜਾ ਸੈਨਿਕਾਂ ਨੂੰ ਹੁਕਮ ਦੇ ਦਿੰਦਾ ਕਿ ਇਸ ਮੰਤਰੀ ਨੂੰ ਜੇਲ੍ਹ ਵਿੱਚ ਬੰਦ ਕਰ ਦਿਓ। ਜੇਲ੍ਹ ਵਿੱਚ ਬੰਦ ਕਰਨ ਵਾਲੀ ਗੱਲ ਸੁਣ ਕੇ ਵੀ ਮੰਤਰੀ ਨੂੰ ਥੋੜ੍ਹਾ ਜਿਹਾ ਵੀ ਦੁੱਖ ਨਹੀਂ ਹੋਇਆ ਤੇ ਜਦੋਂ ਉਸ ਨੂੰ ਜੇਲ੍ਹ ਵੱਲ ਲਿਜਾਇਆ ਜਾ ਰਿਹਾ ਸੀ ਫਿਰ ਵੀ ਉਸਨੇ ਇਹੀ ਕਿਹਾ ਕਿ ਜੋ ਕੁਝ ਵੀ ਹੁੰਦਾ ਚੰਗੇ ਦੇ ਲਈ ਹੀ ਹੁੰਦਾ। ਉਸ ਦੇ ਚਿਹਰੇ ਉੱਪਰ ਥੋੜ੍ਹਾ ਜਿਹਾ ਵੀ ਡਰ ਜਾਂ ਚਿੰਤਾ ਨਹੀਂ ਸੀ। ਉਹ ਖੁਸ਼ੀ-ਖੁਸ਼ੀ ਜੇਲ੍ਹ ਚਲਾ ਗਿਆ। ਇਹ ਸਭ ਦੇਖ ਰਾਜਾ ਬਹੁਤ ਹੈਰਾਨ ਹੋਇਆ। ਉਸਨੇ ਸੋਚਿਆ ਕਿ ਕਿੰਨਾ ਅਜੀਬ ਆਦਮੀ ਹੈ, ਕੈਦ ਹੋਣ ਜਾ ਰਿਹਾ ਤੇ ਕਹਿ ਰਿਹਾ ਕਿ ਜੋ ਹੁੰਦਾ ਚੰਗੇ ਦੇ ਲਈ ਹੁੰਦਾ। ਸੋ ਇਸ ਘਟਨਾ ਨੂੰ ਕਈ ਮਹੀਨੇ ਗੁਜ਼ਰ ਗਏ। ਫਿਰ ਇੱਕ ਦਿਨ ਰਾਜਾ ਆਪਣੇ ਕੁਝ ਸਿਪਾਹੀਆਂ ਦੇ ਨਾਲ ਜੰਗਲ ਵਿੱਚ ਸ਼ਿਕਾਰ ਕਰਨ ਜਾਂਦਾ ਹੈ। ਉਹ ਸਾਰੇ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਜੰਗਲ ਵਿੱਚ ਕਾਫੀ ਅੰਦਰ ਤੱਕ ਚਲੇ ਜਾਂਦੇ ਨੇ। ਰਾਜਾ ਜਦੋਂ ਇੱਕ ਹਿਰਨ ਦਾ ਸ਼ਿਕਾਰ ਕਰ ਰਿਹਾ ਸੀ ਤਾਂ ਉਹ ਉਸ ਹਿਰਨ ਦਾ ਪਿੱਛਾ ਕਰਦੇ ਕਰਦੇ ਉਸ ਜੰਗਲ ਵਿੱਚ ਬਹੁਤ ਅੱਗੇ ਲੰਘ ਗਿਆ ਤੇ ਆਪਣੇ ਸੈਨਿਕਾਂ ਨਾਲੋਂ ਵਿਛੜ ਗਿਆ। ਹਾਲਾਂਕਿ ਉਹ ਉਸ ਹਿਰਨ ਨੂੰ ਫੜ ਤਾਂ ਨਹੀਂ ਪਾਇਆ, ਪਰ ਉਸ ਸੰਘਣੇ ਜੰਗਲ ਵਿੱਚ ਗੁਆਚ ਗਿਆ ਤੇ ਰਸਤਾ ਭੁੱਲ ਗਿਆ। ਤੇ ਜਦੋਂ ਰਾਜੇ ਨੂੰ ਇਹ ਮਹਿਸੂਸ ਹੋਇਆ ਕਿ ਉਹ ਆਪਣੇ ਸੈਨਿਕਾਂ ਤੋਂ ਵਿਛੜ ਚੁੱਕਿਆ ਹੈ ਤੇ ਰਸਤਾ ਵੀ ਭਟਕ ਗਿਆ ਹੈ, ਤਾਂ ਉਹ ਰਸਤੇ ਦੀ ਭਾਲ ਵਿੱਚ ਇੱਧਰ-ਉੱਧਰ ਘੁੰਮਣ ਲੱਗਾ। ਉਹ ਜੰਗਲ ਵਿੱਚੋਂ ਬਾਹਰ ਜਾਣ ਦਾ ਰਸਤਾ ਲੱਭ ਹੀ ਰਿਹਾ ਸੀ ਤਾਂ ਉਦੋਂ ਹੀ ਉਸ ਜੰਗਲ ਵਿੱਚ ਰਹਿਣ ਵਾਲੇ ਆਦੀਵਾਸੀ ਲੋਕਾਂ ਨੇ ਉਸ ਨੂੰ ਚਾਰੇ ਪਾਸੋਂ ਘੇਰ ਲਿਆ। ਕਿਉਂਕਿ ਉਹ ਜੰਗਲ ਉਸ ਦੇ ਰਾਜ ਦੀ ਸੀਮਾ ਤੋਂ ਬਾਹਰ ਸੀ, ਇਸ ਲਈ ਉਹ ਆਦੀਵਾਸੀ ਲੋਕ ਉਸ ਨੂੰ ਪਹਿਚਾਣ ਨਹੀਂ ਪਾਏ ਤੇ ਰਾਜੇ ਨੂੰ ਬੰਦੀ ਬਣਾ ਕੇ ਆਪਣੇ ਆਦੀਵਾਸੀ ਕਬੀਲੇ ਵਿੱਚ ਲੈ ਗਏ। ਉਹ ਆਦੀਵਾਸੀ ਲੋਕ ਵੈਸੇ ਵੀ ਇੱਕ ਇਨਸਾਨ ਦੀ ਖੋਜ ਵਿੱਚ ਸੀ, ਜਿਸ ਦੀ ਬਲੀ ਦੇ ਕੇ ਉਹ ਆਪਣੀ ਕੁਲ ਦੇਵੀ ਨੂੰ ਪ੍ਰਸੰਨ ਕਰ ਸਕਣ। ਉਹਨਾਂ ਨੇ ਰਾਜੇ ਨੂੰ ਲਿਆ ਕੇ ਇੱਕ ਰੁੱਖ ਨਾਲ ਬੰਨ੍ਹ ਦਿੱਤਾ। ਰਾਜੇ ਨੇ ਬਹੁਤ ਮਿਹਨਤਾਂ ਕੀਤੀਆਂ ਕਿ ਮੈਨੂੰ ਛੱਡ ਦਿਓ, ਪਰ ਉਹ ਰਾਜੇ ਦੀ ਕੋਈ ਵੀ ਗੱਲ ਸਮਝ ਨਹੀਂ ਪਾ ਰਹੇ ਸੀ। ਉਹਨਾਂ ਨੇ ਬਲੀ ਦੇਣ ਦੇ ਉਤਸਵ ਦੀ ਤਿਆਰੀ ਕੀਤੀ। ਉਹ ਖੁਸ਼ੀ ਵਿੱਚ ਵੱਡੇ-ਵੱਡੇ ਢੋਲ ਵਜਾਉਣ ਲੱਗੇ। ਉਹਨਾਂ ਨੇ ਰਾਜੇ ਨੂੰ ਨਵਾ ਧਵਾ ਕੇ ਉਸ ਨੂੰ ਕੱਪੜੇ ਪਹਿਨਾਏ, ਉਸ ਦੇ ਗਲੇ ਵਿੱਚ ਫੁੱਲਾਂ ਦੀ ਮਾਲਾ ਵੀ ਪਾਈ ਤੇ ਫਿਰ ਪੂਜਾ ਵਗੈਰਾ ਕਰਕੇ ਉਸ ਨੂੰ ਬਲੀ ਦੇਣ ਵਾਲੀ ਜਗ੍ਹਾ ਲਿਜਾਇਆ ਗਿਆ। ਉਹ ਰਾਜੇ ਦੀ ਬਲੀ ਦੇਣ ਹੀ ਵਾਲੇ ਸੀ ਤਾਂ ਉਸੇ ਵਕਤ ਉਸ ਕਬੀਲੇ ਦੇ ਸਰਦਾਰ ਦੀ ਨਿਗਾਹ ਰਾਜੇ ਦੇ ਪੈਰ ਦੀ ਕੱਟੀ ਹੋਈ ਉਂਗਲੀ ਉੱਪਰ ਪਈ। ਇਹ ਦੇਖਦੇ ਹੀ ਉਸਨੇ ਸਾਰੇ ਢੋਲ ਨਗਾਰਿਆਂ ਨੂੰ ਬੰਦ ਕਰਵਾਇਆ ਤੇ ਕਿਹਾ ਕਿ ਆਪਾਂ ਇਸ ਇਨਸਾਨ ਦੀ ਬਲੀ ਨਹੀਂ ਦੇ ਸਕਦੇ ਕਿਉਂਕਿ ਇਸ ਦਾ ਤਾਂ ਸਰੀਰ ਅਧੂਰਾ ਹੈ। ਇਹੋ ਜਿਹੇ ਅਧੂਰੇ ਬੰਦੇ ਦੀ ਬਲੀ ਦੇਣ ਨਾਲ ਕੁਲ ਦੇਵੀ ਪ੍ਰਸੰਨ ਹੋਣ ਦੀ ਬਜਾਏ ਗੁੱਸੇ ਹੋ ਜਾਵੇਗੀ, ਇਸ ਲਈ ਇਸ ਇਨਸਾਨ ਨੂੰ ਛੱਡ ਦਿਓ। ਅੰਤ ਉਹਨਾਂ ਨੇ ਰਾਜੇ ਨੂੰ ਆਜ਼ਾਦ ਕਰ ਦਿੱਤਾ ਤੇ ਫਿਰ ਰਾਜਾ ਰਸਤਾ ਲੱਭ ਕੇ ਖੁਸ਼ੀ-ਖੁਸ਼ੀ ਮਹਿਲ ਵਾਪਸ ਆ ਗਿਆ। ਮਹਿਲ ਵਿੱਚ ਵਾਪਸ ਆ ਕੇ ਰਾਜਾ ਵਿਚਾਰ ਕਰਨ ਲੱਗਾ ਕਿ ਉਸ ਦਿਨ ਜੇ ਮੇਰੇ ਪੈਰ ਦੀ ਉਂਗਲੀ ਨਾ ਕੱਟੀ ਹੁੰਦੀ ਤੇ ਅੱਜ ਉਹਨਾਂ ਆਦੀਵਾਸੀਆਂ ਨੇ ਮੈਨੂੰ ਮਾਰ ਹੀ ਦਿੱਤਾ ਹੁੰਦਾ। ਇਸ ਦਾ ਮਤਲਬ ਮੰਤਰੀ ਸਹੀ ਸੀ ਕਿ ਜੋ ਹੁੰਦਾ ਹੈ ਚੰਗੇ ਦੇ ਲਈ ਹੁੰਦਾ ਹੈ। ਫਿਰ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਮੰਤਰੀ ਨੂੰ ਛੱਡ ਦਿੱਤਾ ਜਾਵੇ। ਉਸਨੇ ਆਪਣੇ ਮੰਤਰੀ ਨੂੰ ਪੂਰੇ ਸਨਮਾਨ ਦੇ ਨਾਲ ਉਸ ਦਾ ਮੰਤਰੀ ਪਦ ਵਾਪਸ ਦੇ ਦਿੱਤਾ। ਫਿਰ ਰਾਜੇ ਨੇ ਮੰਤਰੀ ਤੋਂ ਪੁੱਛਿਆ ਕਿ ਉਸ ਦਿਨ ਮੇਰੀ ਉਂਗਲੀ ਕੱਟੀ ਗਈ, ਉਹ ਮੇਰੇ ਲਈ ਚੰਗਾ ਸੀ, ਇਹ ਮੈਨੂੰ ਸਮਝ ਆ ਗਿਆ, ਪਰ ਤੂੰ ਪਿਛਲੇ 3 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ, ਤੈਨੂੰ ਬਹੁਤ ਮੁਸੀਬਤਾਂ ਉਠਾਉਣੀਆਂ ਪਈਆਂ, ਇਸ ਵਿੱਚ ਤੇਰੇ ਨਾਲ ਕੀ ਚੰਗਾ ਹੋਇਆ? ਇਹ ਸੁਣੋ ਬੁੱਧੀਮਾਨ ਵਿਅਕਤੀ ਮੁਸਕਰਾਇਆ ਤੇ ਬੋਲਿਆ ਕਿ ਮਹਾਰਾਜ, ਮੈਂ ਤੁਹਾਡਾ ਸਭ ਤੋਂ ਪ੍ਰਮੁੱਖ ਮੰਤਰੀ ਸੀ ਤੇ ਹਮੇਸ਼ਾ ਤੁਹਾਡੇ ਨਾਲ ਹੀ ਰਹਿੰਦਾ ਸੀ।
ਜੇਕਰ ਮੈਂ ਜੇਲ੍ਹ ਵਿੱਚ ਨਾ ਹੁੰਦਾ ਤਾਂ ਉਸ ਦਿਨ ਵੀ ਤੁਹਾਡੇ ਨਾਲ ਹੀ ਹੁੰਦਾ। ਉਹਨਾਂ ਨੇ ਤੁਹਾਡੀ ਕੱਟੀ ਹੋਈ ਉਂਗਲੀ ਦੇਖ ਕੇ ਤੁਹਾਨੂੰ ਛੱਡ ਦਿੱਤਾ, ਪਰ ਮੇਰਾ ਸਰੀਰ ਤਾਂ ਪੂਰਾ ਸੀ, ਤੇ ਜੇਕਰ ਮੈਂ ਉਸ ਦਿਨ ਤੁਹਾਡੇ ਨਾਲ ਹੁੰਦਾ ਤਾਂ ਉਹ ਲੋਕ ਪੱਕਾ ਮੇਰੀ ਹੀ ਬਲੀ ਦੇ ਦਿੰਦੇ। ਇਸ ਲਈ ਇਹ ਚੰਗਾ ਹੋਇਆ ਕਿ ਉਸ ਦਿਨ ਮੈਂ ਤੁਹਾਡੇ ਨਾਲ ਨਹੀਂ ਸੀ, ਬਲਕਿ ਜੇਲ੍ਹ ਵਿੱਚ ਸੀ। ਤਾਂ ਇਸ ਤਰੀਕੇ ਨਾਲ ਉਸ ਵਕਤ ਖਰਾਬ ਲੱਗਣ ਵਾਲੀ ਉਸ ਘਟਨਾ ਨੇ ਤੁਹਾਡਾ ਵੀ ਜੀਵਨ ਬਚਾਇਆ ਤੇ ਮੇਰਾ ਵੀ। ਇਸ ਲਈ ਹੀ ਮੈਂ ਹਮੇਸ਼ਾ ਕਹਿੰਦਾ ਕਿ ਜੋ ਵੀ ਹੁੰਦਾ ਚੰਗੇ ਦੇ ਲਈ ਹੁੰਦਾ। ਦੋਸਤੋ, ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖੀਏ ਤਾਂ ਕਈ ਵਾਰ ਅਸੀਂ ਅਜਿਹੇ ਸਮੇਂ ਤੋਂ ਗੁਜ਼ਰੇ ਹੁੰਦੇ ਹਾਂ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਸੱਚੀ ਬਹੁਤ ਬੁਰਾ ਹੋ ਰਿਹਾ ਹੈ, ਜਾਂ ਫਿਰ ਸਾਡੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਇੱਥੋਂ ਤੱਕ ਕਿ ਅਸੀਂ ਆਪਣੇ ਜੀਵਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਆਪਣੀ ਬੁੱਧੀ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸੱਚਾਈ ਤਾਂ ਇਹ ਹੈ ਕਿ ਸਾਡੇ ਸੋਚਣ ਦੀ ਵੀ ਇੱਕ ਸੀਮਾ ਹੁੰਦੀ ਹੈ। ਅਸੀਂ ਕਿਸੇ ਵੀ ਘਟਨਾ ਦੇ ਚੰਗੇ ਜਾਂ ਬੁਰੇ ਨੂੰ ਸਿਰਫ ਆਪਣੀ ਸੀਮਤ ਬੁੱਧੀ ਦੇ ਦਮ 'ਤੇ ਨਹੀਂ ਸਮਝ ਸਕਦੇ। ਇਹ ਪੂਰੀ ਦੁਨੀਆ ਕਰਮਾਂ ਦੇ ਸਿਧਾਂਤਾਂ ਉੱਪਰ ਕੰਮ ਕਰਦੀ ਹੈ। ਜਿਸ ਨੇ ਚੰਗੇ ਕਰਮ ਕੀਤੇ ਉਸ ਨੂੰ ਚੰਗੇ ਫਲ ਮਿਲਦੇ ਨੇ, ਉਸ ਦੇ ਜੀਵਨ ਵਿੱਚ ਖੁਸ਼ੀ ਤੇ ਸ਼ਾਂਤੀ ਰਹਿੰਦੀ ਹੈ, ਤੇ ਜਿਸ ਨੇ ਬੁਰੇ ਕਰਮ ਕੀਤੇ ਉਸ ਨੂੰ ਆਪਣੇ ਜੀਵਨ ਵਿੱਚ ਦੁੱਖ ਭੋਗਣਾ ਹੀ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਜੀਵਨ ਦੇ ਬੁਰੇ ਸਮੇਂ ਵਿੱਚੋਂ ਲੰਘ ਰਹੇ ਹੋ ਤਾਂ ਯਾਦ ਰੱਖਿਓ ਕਿ ਸਮਾਂ ਲੰਘਣ ਦੇ ਨਾਲ ਤੁਹਾਡੇ ਬੁਰੇ ਕਰਮਾਂ ਦੇ ਨਤੀਜੇ ਖਤਮ ਹੁੰਦੇ ਜਾ ਰਹੇ ਨੇ। ਇਹ ਪ੍ਰਕਿਰਤੀ ਤੁਹਾਨੂੰ ਤੁਹਾਡੇ ਬੁਰੇ ਕਰਮਾਂ ਦਾ ਫਲ ਦੇ ਕੇ ਤੁਹਾਨੂੰ ਲਗਾਤਾਰ ਅੱਗੇ ਲੰਘਾ ਰਹੀ ਹੈ, ਤੇ ਜੇਕਰ ਤੁਸੀਂ ਅੱਜ ਚੰਗੇ ਕਰਮ ਕਰ ਰਹੇ ਹੋ ਤਾਂ ਬਹੁਤ ਹੀ ਜਲਦ ਤੁਹਾਨੂੰ ਇਸ ਦੇ ਚੰਗੇ ਨਤੀਜੇ ਵੀ ਮਿਲਣੇ ਸ਼ੁਰੂ ਹੋ ਜਾਣਗੇ। ਧਿਆਨ ਰੱਖੋ ਕਿ ਇਹ ਦੁਨੀਆ ਸਾਡੇ ਕਿਸੇ ਦੁਸ਼ਮਣ ਨੇ ਨਹੀਂ ਬਣਾਈ, ਬਲਕਿ ਉਸ ਨੇ ਬਣਾਈ ਹੈ ਜੋ ਸਭ ਦਾ ਭਲਾ ਚਾਹੁੰਦਾ ਹੈ। ਇਸ ਲਈ ਤੁਹਾਡੇ ਨਾਲ ਕੁਝ ਗਲਤ ਨਹੀਂ ਹੋ ਸਕਦਾ। ਤਾਂ ਅੱਜ ਆਪਣੇ ਅੰਦਰੋਂ ਇਹ ਗੱਲ ਕੱਢ ਦਿਓ ਕਿ ਤੁਹਾਡੇ ਨਾਲ ਕੁਝ ਗਲਤ ਹੋਵੇਗਾ, ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਜੋ ਵੀ ਹੁੰਦਾ ਹੈ ਚੰਗੇ ਦੇ ਲਈ ਹੀ ਹੁੰਦਾ ਹੈ।